ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਅਸੀਂ ਕੈਟੇਕਿਜ਼ਮ ਬੁੱਕ ਜਮਾਤ 8 ਯਿਸੂ ਨਾਲ ਚੱਲਣਾ ਵਿੱਚੋਂ 5ਵਾਂ ਅਧਿਆਇ ਦੇਖਾਂਗੇ, ਜੋ ਕਿ ਹੈ ਪ੍ਰਭੂ ਯਿਸੂ ਮਸੀਹ ਖੁਦਾ ਦੀ ਮਹਿਮਾ ਪ੍ਰਗਟ ਕਰਦਾ ਹੈ, ਜੋ ਕਿ 26 ਪੇਜ ਤੇ ਹੈ। ਇਸ ਦਾ ਪਹਿਲਾ ਪੈਰਾ ਹੈ ਕਾਨਾ ਗਲੀਲ ਵਿੱਚ ਵਿਆਹ। ਤੀਸਰੇ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਸੀ ਅਤੇ ਯਿਸੂ ਦੀ ਮਾਂ ਉੱਥੇ ਸੀ। ਯਿਸੂ ਨੂੰ ਵੀ ਆਪਣੇ ਚੇਲਿਆਂ ਸਣੇ ਵਿਆਹ ਵਿੱਚ ਸੱਦਿਆ ਹੋਇਆ ਸੀ। ਜਦੋਂ ਅੰਗੂਰੀ ਮੈਅ ਮੁੱਕ ਗਈ ਤਾਂ ਯਿਸੂ ਦੀ ਮਾਂ ਨੇ ਉਸ ਨੂੰ ਕਿਹਾ, ਉਹਨਾਂ ਦੇ ਕੋਲ ਅੰਗੂਰੀ ਮੈਅ ਨਹੀਂ ਹੈ। ਯਿਸੂ ਨੇ ਉਸ ਨੂੰ ਕਿਹਾ, ਬੀਬੀ, ਮੈਨੂੰ ਅਤੇ ਤੁਹਾਨੂੰ ਕੀ, ਅਜੇ ਮੇਰਾ ਵੇਲਾ ਨਹੀਂ ਆਇਆ। ਉਸ ਦੀ ਮਾਂ ਨੇ ਸੇਵਕ ਨੂੰ ਕਿਹਾ, ਜੋ ਕੁਝ ਉਹ ਤੁਹਾਨੂੰ ਕਹੇ ਸੋ ਤੁਸੀਂ ਕਰਨਾ। ਹੁਣ ਉੱਥੇ ਯਹੂਦੀਆਂ ਦੇ ਸ਼ਹੀਦੀ ਕਰਨ ਦੀ ਰੀਤ ਅਨੁਸਾਰ ਪੱਥਰ ਦੇ 6 ਮੱਟ ਪਏ ਹੋਏ ਸਨ ਅਤੇ ਹਰ ਇੱਕ ਵਿੱਚ 100-150 ਲੀਟਰ ਪਾਣੀ ਪੈ ਸਕਦਾ ਸੀ। ਯਿਸੂ ਨੇ ਉਹਨਾਂ ਨੂੰ ਕਿਹਾ, ਇਹਨਾਂ ਮੱਟਾਂ ਨੂੰ ਪਾਣੀ ਨਾਲ ਭਰ ਦਿਓ। ਸੇਵਕ ਨੇ ਉਹਨਾਂ ਨੂੰ ਮੂੰਹੋਂ ਮੂੰਹ ਭਰ ਦਿੱਤਾ। ਉਸ ਨੇ ਉਹਨਾਂ ਨੂੰ ਕਿਹਾ, ਹੁਣ ਥੋੜ੍ਹਾ ਜਿਹਾ ਕੱਢ ਕੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ। ਇਸ ਲਈ ਉਹ ਲੈ ਗਏ। ਜਦੋਂ ਭੋਜ ਦੇ ਪ੍ਰਧਾਨ ਨੇ ਹੁਣ ਵਾਲਾ ਅੰਗੂਰੀ ਮੈਅ ਬਣਿਆ ਹੋਇਆ ਪਾਣੀ ਨੂੰ ਚੱਖਿਆ ਅਤੇ ਉਹ ਨਹੀਂ ਜਾਣਦਾ ਸੀ ਕਿ ਇਹ ਕਿੱਥੋਂ ਆਇਆ, ਪਰ ਸੇਵਕ ਜਾਣਦੇ ਸਨ ਜਿਨ੍ਹਾਂ ਨੇ ਪਾਣੀ ਕੱਢਿਆ ਸੀ। ਤਾਂ ਜੋ ਭੋਜ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, ਹਰ ਕੋਈ ਆਪਣੇ ਪਹਿਲਾਂ ਵਧੀਆ ਅੰਗੂਰੀ ਮੈਅ ਆਪਣੇ ਪ੍ਰਾਹੁਣਿਆਂ ਨੂੰ ਪਰੋਸਦਾ ਹੈ ਅਤੇ ਜਦੋਂ ਲੋਕਾਂ ਨੇ ਰੱਜ ਕੇ ਪੀ ਲਿਆ ਹੋਵੇ ਤਦ ਘਟਿਆ, ਪਰ ਤੁਸੀਂ ਹੁਣ ਤੱਕ ਵਧੀਆ ਅੰਗੂਰੀ ਮੈਅ ਕਿੱਥੇ ਛੁਪਾਈ ਰੱਖਿਆ ਸੀ। ਇਹ ਯਿਸੂ ਦੇ ਨਿਸ਼ਾਨਾਂ ਵਿੱਚੋਂ ਪਹਿਲਾ ਉਸ ਨੇ ਗਲੀਲ ਦੇ ਕਾਨਾ ਵਿੱਚ ਵਿਖਾਇਆ ਅਤੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਈਮਾਨ ਲਿਆਂਦਾ। ਇਸ ਚਮਤਕਾਰ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਪਿਆਰੀ ਮਾਂ ਮਰੀਅਮ ਦੀ ਸ਼ਕਤੀਸ਼ਾਲੀ ਸਿਫਾਰਿਸ਼ ਨੂੰ ਦੇਖਦੇ ਹਾਂ। ਮਾਂ ਮਰੀਅਮ ਉਸ ਪਰਿਵਾਰ ਦੀ ਜ਼ਰੂਰਤ ਨੂੰ ਸਮਝਦੇ ਹੋਏ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਅੱਗੇ ਉਹਨਾਂ ਲਈ ਸਿਫਾਰਿਸ਼ ਕਰਦੇ ਹਨ। ਪ੍ਰਭੂ ਯਿਸੂ ਮਸੀਹ ਨੇ ਆਪਣੀ ਪਿਆਰੀ ਮਾਂ ਦੇ ਕਹੇ ਅਨੁਸਾਰ ਉਸ ਘਰ ਵਿੱਚ ਚਮਤਕਾਰ ਕੀਤਾ। ਇਸ ਤਰ੍ਹਾਂ ਮਾਂ ਮਰੀਅਮ ਦੀ ਸਿਫਾਰਿਸ਼ ਰਾਹੀਂ ਸਾਡੇ ਜੀਵਨ ਵਿੱਚ ਵੀ ਪ੍ਰਭੂ ਯਿਸੂ ਜ਼ਰੂਰ ਚਮਤਕਾਰ ਕਰਦਾ ਹੈ। ਸਮੁੰਦਰੀ ਤੂਫਾਨ ਨੂੰ ਸ਼ਾਂਤ ਕਰਨਾ। ਉਸ ਦਿਨ ਜਦੋਂ ਸ਼ਾਮ ਹੋ ਗਈ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਅਸੀਂ ਉਸ ਪਾਰ ਚੱਲੀਏ, ਅਤੇ ਭੀੜ ਨੂੰ ਛੱਡ ਕੇ ਚੇਲੇ ਉਸ ਨੂੰ ਜਿਸ ਤਰ੍ਹਾਂ ਉਹ ਸੀ ਉਸੇ ਤਰ੍ਹਾਂ ਆਪਣੇ ਨਾਲ ਕਿਸ਼ਤੀ ਵਿੱਚ ਲੈ ਗਏ। ਹੋਰ ਵੀ ਕਿਸ਼ਤੀਆਂ ਉਸ ਦੇ ਨਾਲ ਸਨ। ਜਦ ਹਵਾ ਦਾ ਇੱਕ ਵੱਡਾ ਤੂਫਾਨ ਚੜ੍ਹ ਆਇਆ ਤਾਂ ਲਹਿਰਾਂ ਕਿਸ਼ਤੀ ਨਾਲ ਟਕਰਾਈਆਂ। ਇਸ ਲਈ ਕਿਸ਼ਤੀ ਪਾਣੀ ਨਾਲ ਭਰ ਚੱਲੀ ਸੀ, ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਗੱਦੀ ਉੱਤੇ ਸੁੱਤਾ ਪਿਆ ਸੀ। ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ, ਗੁਰੂ ਜੀ, ਤੁਹਾਨੂੰ ਕੋਈ ਫਿਕਰ ਨਹੀਂ ਜੋ ਅਸੀਂ ਗਰਕ ਹੋ ਰਹੇ ਹਾਂ। ਉਹ ਜਾਗ ਗਿਆ ਅਤੇ ਉਸਨੇ ਹਵਾ ਨੂੰ ਡਾਂਟਿਆ ਅਤੇ ਸਮੁੰਦਰ ਨੂੰ ਕਿਹਾ, ਸ਼ਾਂਤ ਹੋ, ਥੰਮ ਜਾ। ਹਵਾ ਬੰਦ ਹੋ ਗਈ ਅਤੇ ਸਭ ਸ਼ਾਂਤ ਹੋ ਗਿਆ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਸੋ? ਕੀ ਤੁਹਾਡੇ ਵਿੱਚ ਅਜੇ ਵੀ ਈਮਾਨ ਨਹੀਂ ਹੈ? ਉਹ ਖੌਫ ਨਾਲ ਭਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਆਖਿਰ ਇਹ ਕੌਣ ਹੈ ਕਿ ਹਵਾ ਦੇ ਸਮੁੰਦਰ ਵੀ ਇਹਦਾ ਹੁਕਮ ਮੰਨਦੀਆਂ ਹਨ। ਇਸ ਚਮਤਕਾਰ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਭਾਵੇਂ ਜ਼ਿੰਦਗੀ ਦੇ ਸਫ਼ਰ ਦੌਰਾਨ ਕਿੰਨੀ ਵੀ ਵੱਡੀ ਮੁਸ਼ਕਿਲ ਭਾਵੇਂ ਆਵੇ, ਅਸੀਂ ਹਮੇਸ਼ਾ ਹੀ ਉਸੇ ਸਮੇਂ ਤੱਕ ਠੀਕ ਰਹਾਂਗੇ ਜਦ ਤੱਕ ਯਿਸੂ ਸਾਡੇ ਨਾਲ ਹੈ। ਬੇਕ ਜਾਥਾ ਵਿਖੇ ਚੰਗਾ ਕਰਨਾ। ਇਸ ਦੇ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਫਾਟਕ ਦੇ ਲਾਗੇ ਇੱਕ ਤਲਾਅ ਸੀ, ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਬੇਕ ਜਾਥਾ ਆਖਿਆ ਜਾਂਦਾ ਸੀ। ਉਸ ਦੀਆਂ 5 ਡਿਓਰੀਆਂ ਸਨ। ਉਹਨਾਂ ਵਿੱਚ ਬਹੁਤ ਸਾਰੇ ਰੋਗੀ, ਅੰਨੇ, ਲੰਗੜੇ ਅਤੇ ਅਧਰੰਗੀ ਪਏ ਹੋਏ ਸਨ, ਕਿਉਂ ਜੋ ਖੁਦਾ ਦਾ ਫਰਿਸ਼ਤਾ ਕਈ ਕਦਾਰ ਤਲਾਅ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਹੁੰਦਾ ਸੀ ਅਤੇ ਜੋ ਕੋਈ ਪਾਣੀ ਹਿਲਦਿਆਂ ਹੀ ਪਾਣੀ ਵਿੱਚ ਪਹਿਲੇ ਉਤਰ ਜਾਂਦਾ ਸੀ ਉਹ ਨਰੋਇਆ ਹੋ ਜਾਂਦਾ ਸੀ, ਭਾਵੇਂ ਉਸਦਾ ਕੋਈ ਵੀ ਰੋਗ ਹੁੰਦਾ। ਉੱਥੇ ਇੱਕ ਆਦਮੀ ਸੀ ਜੋ 38 ਸਾਲਾਂ ਦਾ ਬਿਮਾਰ ਸੀ। ਜਦੋਂ ਯਿਸੂ ਨੇ ਉਸ ਨੂੰ ਵੇਖਿਆ ਅਤੇ ਇਹ ਜਾਣਿਆ ਕਿ ਉਹ ਕਾਫੀ ਸਮੇਂ ਤੋਂ ਉੱਥੇ ਪਿਆ ਹੋਇਆ ਹੈ ਤਾਂ ਉਸ ਨੂੰ ਕਿਹਾ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ? ਬਿਮਾਰ ਆਦਮੀ ਨੇ ਉਸ ਨੂੰ ਉੱਤਰ ਦਿੱਤਾ, ਸਾਹਿਬ ਜੀ, ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਪਾਣੀ ਹਿਲਦੇ ਹੀ ਮੈਨੂੰ ਤਲਾਅ ਵਿੱਚ ਉਤਾਰ ਦੇਵੇ ਅਤੇ ਮੇਰੇ ਆਪ ਉਤਰਨ ਤੱਕ ਕੋਈ ਹੋਰ
ਮੇਰੇ ਤੋਂ ਪਹਿਲਾਂ ਉਤਰ ਜਾਂਦਾ ਹੈ। ਯਿਸੂ ਨੇ ਉਸ ਨੂੰ ਕਿਹਾ, ਉੱਠ, ਆਪਣਾ ਵਿਛਾਵਾ ਚੱਕ ਅਤੇ ਚੱਲ ਫਿਰ। ਉਸੇ ਵਕਤ ਉਹ ਆਦਮੀ ਚੰਗਾ ਹੋ ਗਿਆ ਅਤੇ ਆਪਣੇ ਵਿਛਾਉਣਾ ਚੁੱਕ ਕੇ ਚੱਲਣ ਲੱਗਾ। ਉਹ ਸਬਤ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਉਸ ਆਦਮੀ ਨੂੰ ਕਿਹਾ ਜੋ ਚੰਗਾ ਹੋ ਗਿਆ ਸੀ, ਅੱਜ ਸਬਤ ਦਾ ਦਿਨ ਹੈ, ਵਿਛਾਉਣਾ ਚੁੱਕਣਾ ਤੇਰੇ ਲਈ ਜਾਇਜ਼ ਨਹੀਂ ਹੈ। ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਜਿਸ ਆਦਮੀ ਨੇ ਮੈਨੂੰ ਚੰਗਾ ਕੀਤਾ ਉਸਨੇ ਮੈਨੂੰ ਕਿਹਾ, ਆਪਣਾ ਵਿਛਾਉਣਾ ਚੁੱਕ ਅਤੇ ਚੱਲ ਫਿਰ। ਪਰ ਚੰਗਾ ਕੀਤਾ ਗਿਆ ਆਦਮੀ ਇਹ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਯਿਸੂ ਭੀੜ ਦੇ ਵਿੱਚੋਂ ਦੀ ਉੱਥੋਂ ਖਿਸਕ ਗਿਆ ਸੀ। ਬਾਅਦ ਵਿੱਚ ਯਿਸੂ ਉਸ ਨੂੰ ਹੈਕਲ ਵਿੱਚ ਮਿਲਿਆ ਅਤੇ ਉਸ ਨੂੰ ਕਿਹਾ, ਵੇਖ, ਤੂੰ ਚੰਗਾ ਹੋ ਗਿਆ ਹੈ, ਅੱਗੇ ਤੋਂ ਪਾਪ ਨਾ ਕਰਨਾ, ਕਿਤੇ ਤੇਰਾ ਹਾਲ ਇਸ ਤੋਂ ਵੀ ਬੁਰਾ ਨਾ ਹੋਵੇ। ਉਸ ਆਦਮੀ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਉਸ ਨੂੰ ਚੰਗਾ ਕੀਤਾ ਉਹ ਯਿਸੂ ਹੈ। ਲਾਜ਼ਰ ਨੂੰ ਜਿਉਂਦਾ ਕਰਨਾ। ਬੈਤਨੀਆ ਦਾ ਇੱਕ ਆਦਮੀ ਲਾਜ਼ਰ ਬਿਮਾਰ ਸੀ। ਮਰੀਅਮ ਅਤੇ ਉਸ ਦੀ ਭੈਣ ਮਾਰਥਾ ਦਾ ਵੀ ਉਹ ਪਿੰਡ ਸੀ। ਇਹ ਹੀ ਮਰੀਅਮ ਸੀ ਜਿਸ ਨੇ ਪ੍ਰਭੂ ਯਿਸੂ ਦੇ ਇੱਤਰ ਮਲ ਕੇ ਆਪਣੇ ਵਾਲਾਂ ਨਾਲ ਉਸਦੇ ਪੈਰਾਂ ਨੂੰ ਪੂੰਝਿਆ ਸੀ। ਉਸ ਦਾ ਭਰਾ ਲਾਜ਼ਰ ਬਿਮਾਰ ਸੀ। ਇਸ ਲਈ ਭੈਣ ਨੇ ਯਿਸੂ ਕੋਲ ਇਹ ਕਹਿੰਦੇ ਹੋਏ ਸੁਨੇਹਾ ਭੇਜਿਆ, ਪ੍ਰਭੂ, ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਬਿਮਾਰ ਹੈ। ਪਰ ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸਨੇ ਕਿਹਾ, ਇਹ ਬਿਮਾਰੀ ਮੌਤ ਦੇ ਲਈ ਨਹੀਂ ਹੈ, ਇਹ ਪ੍ਰਭੂ ਦੀ ਮਹਿਮਾ ਦੇ ਲਈ ਹੈ, ਤਾਂ ਜੋ ਇਸ ਦੇ ਰਾਹੀਂ ਖੁਦਾ ਦੇ ਪੁੱਤਰ ਦੀ ਮਹਿਮਾ ਪ੍ਰਗਟ ਕੀਤੀ ਜਾਵੇ। ਮਰੀਅਮ ਮਾਰਥਾ ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ। ਫਿਰ ਵੀ ਜਦ ਉਸਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ, ਯਿਸੂ ਉਸੇ ਥਾਂ ਹੋਰ 2 ਦਿਨ ਠਹਿਰਿਆ ਰਿਹਾ ਜਿੱਥੇ ਉਹ ਸੀ। ਫਿਰ ਇਸ ਦੇ ਬਾਅਦ ਉਸਨੇ ਚੇਲਿਆਂ ਨੂੰ ਕਿਹਾ, ਆਓ ਅਸੀਂ ਫਿਰ ਯਹੂਦਾ ਨੂੰ ਚੱਲੀਏ। ਚੇਲਿਆਂ ਨੇ ਉਸ ਨੂੰ ਕਿਹਾ, ਰੱਬੀ, ਕੱਲ੍ਹ ਤਾਂ ਯਹੂਦੀ ਤੁਹਾਨੂੰ ਪਥਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਤੁਸੀਂ ਫਿਰ ਵੀ ਉੱਥੇ ਜਾ ਰਹੇ ਹੋ। ਯਿਸੂ ਨੇ ਉੱਤਰ ਦਿੱਤਾ, ਕੀ ਦਿਨ ਦੇ 12 ਘੰਟੇ ਨਹੀਂ ਹੁੰਦੇ ਹਨ? ਜੇਕਰ ਕੋਈ ਦਿਨ ਵਿੱਚ ਚੱਲਦਾ ਹੈ ਤਾਂ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਹ ਇਸ ਸੰਸਾਰ ਦਾ ਚਾਨਣ ਵੇਖਦਾ ਹੈ। ਪਰ ਜੇਕਰ ਕੋਈ ਰਾਤ ਵਿੱਚ ਚੱਲਦਾ ਹੈ ਤਾਂ ਉਹ ਠੋਕਰ ਖਾਂਦਾ ਹੈ, ਕਿਉਂਕਿ ਇਹ ਸੰਸਾਰ ਦਾ ਚਾਨਣ ਵੇਖਦਾ ਹੈ। ਪਰ ਜੇਕਰ ਕੋਈ ਰਾਤ ਵਿੱਚ ਚੱਲਦਾ ਹੈ, ਉਹ ਠੋਕਰ ਖਾਂਦਾ ਹੈ, ਕਿਉਂਕਿ ਉਹ ਚਾਨਣ ਨਹੀਂ ਵੇਖ ਸਕਦਾ। ਉਸਨੇ ਇਸ ਤਰ੍ਹਾਂ ਆਖਿਆ ਤੇ ਇਸ ਦੇ ਬਾਅਦ ਉਹਨਾਂ ਨੂੰ ਕਿਹਾ, ਸਾਡਾ ਮਿੱਤਰ ਲਾਜ਼ਰ ਸੌ ਗਿਆ ਹੈ, ਪਰ ਮੈਂ ਉਸ ਨੂੰ ਨੀਂਦ ਤੋਂ ਜਗਾਉਣ ਆਇਆ ਹਾਂ। ਚੇਲਿਆਂ ਨੇ ਉਸ ਨੂੰ ਕਿਹਾ, ਪ੍ਰਭੂ, ਜੇਕਰ ਉਹ ਸੌ ਗਿਆ ਹੈ ਤਾਂ ਉਸ ਦੀ ਮੌਤ ਬਾਰੇ ਕਿਹਾ ਸੀ। ਪਰ ਉਹਨਾਂ ਸੋਚਿਆ ਕਿ ਉਹ ਨੀਂਦ ਬਾਰੇ ਹੀ ਕਹਿ ਰਹੇ ਸਨ। ਤਦ ਯਿਸੂ ਨੇ ਉਹਨਾਂ ਨੂੰ ਸਾਫ਼-ਸਾਫ਼ ਕਿਹਾ, ਲਾਜ਼ਰ ਮਰ ਗਿਆ ਹੈ ਅਤੇ ਮੈਂ ਤੁਹਾਡੀ ਖਾਤਰ ਖੁਸ਼ ਹਾਂ ਕਿ ਮੈਂ ਉੱਥੇ ਨਹੀਂ ਸਾਂ, ਤਾਂ ਜੋ ਤੁਸੀਂ ਈਮਾਨ ਲਿਆਓ। ਪਰ ਜਦੋਂ ਚਲੋ ਉਸ ਦੇ ਕੋਲ ਚੱਲੀਏ। ਥੋਮਸ, ਜਿਸ ਨੂੰ ਜੁੜਵਾ ਕਹਿੰਦੇ ਸਨ, ਆਪਣੇ ਚੇਲਿਆਂ ਨੂੰ ਕਿਹਾ, ਅਸੀਂ ਵੀ ਚੱਲੀਏ ਤਾਂ ਜੋ ਅਸੀਂ ਵੀ ਉਸ ਦੇ ਨਾ ਮਰੀਏ। ਜਦੋਂ ਯਿਸੂ ਉੱਥੇ ਪੁੱਜਿਆ ਤਾਂ ਉਸ ਨੂੰ ਪਤਾ ਲੱਗਾ ਕਿ ਲਾਜ਼ਰ 4 ਦਿਨ ਤੋਂ ਕਬਰ ਵਿੱਚ ਰੱਖਿਆ ਹੋਇਆ ਹੈ। ਬੇਤਨੀਆ ਯਰੂਸ਼ਲਮ ਦੇ ਲਾਗੇ ਸੀ, ਲਗਾਤਾਰ 2 ਮੀਲ ਦੂਰ, ਅਤੇ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਕੋਲ ਉਹਨਾਂ ਦੇ ਭਰਾ ਲਈ ਉਹਨਾਂ ਨੂੰ ਦਿਲਾਸਾ ਦੇਣ ਵਾਸਤੇ ਆਏ ਸਨ। ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ ਤਾਂ ਉਹ ਜਾ ਕੇ ਉਸ ਨੂੰ ਮਿਲੀ, ਜਦਕਿ ਮਰੀਅਮ ਘਰ ਵਿੱਚ ਹੀ ਰਹੀ। ਮਾਰਥਾ ਨੇ ਯਿਸੂ ਨੂੰ ਕਿਹਾ, ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ। ਪਰ ਹੁਣ ਮੈਂ ਜਾਣਦੀ ਹਾਂ ਕਿ ਜੋ ਕੁਝ ਤੁਸੀਂ ਖੁਦਾ ਕੋਲੋਂ ਮੰਗੋਗੇ, ਖੁਦਾ ਤੁਹਾਨੂੰ ਦੇ ਦੇਵੇਗਾ। ਯਿਸੂ ਨੇ ਉਸ ਨੂੰ ਕਿਹਾ, ਤੁਹਾਡਾ ਭਰਾ ਜੀ ਉੱਠੇਗਾ। ਮਾਰਥਾ ਨੇ ਉਸ ਨੂੰ ਕਿਹਾ, ਮੈਂ ਜਾਣਦੀ ਹਾਂ ਕਿ ਉਹ ਆਖਰੀ ਦਿਨ ਕਿਆਮਤ ਦੇ ਸਮੇਂ ਜੀ ਉੱਠੇਗਾ। ਯਿਸੂ ਨੇ ਉਸ ਨੂੰ ਕਿਹਾ, ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜੋ ਮੇਰੇ ਉੱਤੇ ਈਮਾਨ ਰੱਖਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ ਫਿਰ ਵੀ ਜੀਵੇਗਾ। ਅਤੇ ਜੋ ਕੋਈ ਜਿਉਂਦਾ ਹੈ ਅਤੇ ਮਰੇ ਉੱਤੇ ਈਮਾਨ ਰੱਖਦਾ ਹੈ, ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਨੂੰ ਮੰਨਦਾ ਹੈ? ਮਾਰਥਾ ਨੇ ਕਿਹਾ, ਹਾਂ ਪ੍ਰਭੂ, ਮੈਂ ਇਸ ਗੱਲ ਨੂੰ ਮੰਨਦੀ ਹਾਂ, ਤੁਸੀਂ ਮਸੀਹ ਹੋ, ਖੁਦਾ ਦਾ ਬੇਟਾ, ਜੋ ਸੰਸਾਰ ਵਿੱਚ ਆਉਣ ਵਾਲਾ ਸੀ। ਇਹ ਆਖਣ ਦੇ ਬਾਅਦ ਉਸਨੇ ਜਾ ਕੇ ਆਪਣੀ ਭੈਣ ਮਰੀਅਮ ਨੂੰ ਸੱਦਿਆ ਅਤੇ ਉਸਦੇ ਕੰਨ ਵਿੱਚ ਇਹ ਆਖਿਆ, ਪ੍ਰਭੂ ਇੱਥੇ ਹੈ ਅਤੇ ਉਹ ਤੈਨੂੰ ਬੁਲਾਉਂਦਾ ਹੈ। ਇਉਂ ਹੀ ਉਸਨੇ ਇਹ ਸੁਣਿਆ ਤਾਂ ਉਹ ਇੱਕਦਮ ਉੱਠੀ ਅਤੇ ਯਿਸੂ ਕੋਲ ਗਈ। ਯਿਸੂ ਅਜੇ ਤੱਕ ਪਿੰਡ ਵਿੱਚ ਪੁੱਜਾ ਹੀ ਸੀ, ਸਗੋਂ ਉਸ ਥਾਂ ਉੱਤੇ ਸੀ ਜਿੱਥੇ ਮਾਰਤਾ ਉਸ ਨੂੰ ਮਿਲੀ ਸੀ। ਜਦੋਂ ਯਹੂਦੀਆਂ ਨੇ ਜਿਹੜੇ ਮਰੀਅਮ ਦੇ ਕੋਲ ਉਸਦੇ ਘਰ ਵਿੱਚ ਉਸ ਨੂੰ ਦਿਲਾਸਾ ਦੇ ਰਹੇ ਸਨ, ਉਸ ਨੂੰ ਇੱਕਦਮ ਉੱਠ ਕੇ ਬਾਹਰ ਜਾਂਦਿਆਂ ਵੇਖਿਆ ਤਾਂ ਉਹ ਉਸਦੇ ਪਿੱਛੇ ਚੱਲ ਪਏ।
ਇਹ ਸੋਚਦੇ ਹੋਏ ਕਿ ਉਹ ਕਬਰ ਉੱਤੇ ਰੋਣ ਦੇ ਲਈ ਜਾ ਰਹੀ ਹੈ। ਫਿਰ ਮਰੀਅਮ ਜਦੋਂ ਉੱਥੇ ਉਸ ਥਾਂ ਤੇ ਪੁੱਜੀ ਜਿੱਥੇ ਯਿਸੂ ਸੀ ਅਤੇ ਉਹਨਾਂ ਵੇਖਿਆ, ਤਦ ਉਹ ਇਹ ਕਹਿੰਦਿਆਂ ਉਸ ਦੀ ਚਰਨੀ ਡਿੱਗ ਪਈ, ਪ੍ਰਭੂ ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ। ਜਦੋਂ ਯਿਸੂ ਨੇ ਮਰੀਅਮ ਨੂੰ ਰੋਂਦਾ ਵੇਖਿਆ ਅਤੇ ਉਸ ਦੇ ਨਾਲ ਆਏ ਹੋਏ ਯਹੂਦੀਆਂ ਨੂੰ ਵੀ ਰੋਂਦੇ ਵੇਖਿਆ ਤਾਂ ਉਸ ਦਾ ਦਿਲ ਭਰ ਆਇਆ ਅਤੇ ਉਹ ਬੇਕਰਾਰ ਹੋ ਗਿਆ ਅਤੇ ਉਸਨੇ ਕਿਹਾ, ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ? ਉਹਨਾਂ ਨੇ ਉਸ ਨੂੰ ਕਿਹਾ, ਪ੍ਰਭੂ ਆਓ ਅਤੇ ਵੇਖੋ। ਯਿਸੂ ਰੋ ਪਿਆ। ਇਸ ਤੇ ਯਹੂਦੀਆਂ ਨੇ ਕਿਹਾ, ਵੇਖੋ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ। ਪਰ ਉਹਨਾਂ ਵਿੱਚੋਂ ਕੁਝ ਲੋਕਾਂ ਨੇ ਕਿਹਾ, ਇਹ ਜਿਸ ਨੇ ਅੰਨੇ ਦੀਆਂ ਅੱਖਾਂ ਖੋਲੀਆਂ ਸਨ, ਕਿ ਇਹ ਇਸ ਆਦਮੀ ਨੂੰ ਮਰਨ ਤੋਂ ਨਹੀਂ ਬਚਾ ਸਕਦਾ ਸੀ? ਯਿਸੂ ਦਾ ਦਿਲ ਭਰ ਆਇਆ ਅਤੇ ਉਹ ਕਬਰ ਤੇ ਗਿਆ। ਕਬਰ ਇੱਕ ਗੁਫਾ ਸੀ ਅਤੇ ਉਸਦੇ ਅੱਗੇ ਇੱਕ ਪੱਥਰ ਰੱਖਿਆ ਹੋਇਆ ਸੀ। ਯਿਸੂ ਨੇ ਆਖਿਆ, ਪੱਥਰ ਨੂੰ ਹਟਾ ਦਿਓ। ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਸ ਨੂੰ ਕਿਹਾ, ਪ੍ਰਭੂ ਹੁਣ ਤਾਂ ਉਸ ਦੇ ਵਿੱਚੋਂ ਬਦਬੂ ਆ ਰਹੀ ਹੋਵੇਗੀ, ਕਿਉਂਕਿ ਅੱਜ ਉਸ ਦੀ ਮੌਤ ਦਾ ਚੌਥਾ ਦਿਨ ਹੈ। ਯਿਸੂ ਨੇ ਉਸ ਨੂੰ ਕਿਹਾ, ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇਕਰ ਤੂੰ ਈਮਾਨ ਰੱਖੇਂਗੀ ਤਾਂ ਖੁਦਾ ਦੀ ਮਹਿਮਾ ਨੂੰ ਵੇਖੇਂਗੀ? ਇਸ ਲਈ ਉਹਨਾਂ ਨੇ ਪੱਥਰ ਹਟਾ ਦਿੱਤਾ। ਯਿਸੂ ਨੇ ਆਪਣੀਆਂ ਅੱਖਾਂ ਉੱਪਰ ਚੁੱਕ ਕੇ ਆਪਣੇ ਆਲੇ ਦੁਆਲੇ ਖੜੇ ਲੋਕਾਂ ਵਾਸਤੇ ਕਿਹਾ, ਤਾਂ ਜੋ ਉਹ ਮੰਨ ਲੈਣ ਕਿ ਤੂੰ ਮੈਨੂੰ ਘੱਲਿਆ ਹੈ। ਇਹ ਆਖ ਕੇ ਬਾਅਦ ਉਸਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਲਾਜ਼ਰ ਬਾਹਰ ਆ ਜਾ। ਮੋਇਆ ਹੋਇਆ ਆਦਮੀ ਬਾਹਰ ਆ ਗਿਆ। ਉਸਦੇ ਹੱਥ ਪੈਰ ਪੱਟੀਆਂ ਨਾਲ ਬੰਨੇ ਹੋਏ ਸਨ ਅਤੇ ਉਸਦੇ ਮੂੰਹ ਉੱਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਹਨਾਂ ਨੂੰ ਕਿਹਾ, ਉਸਦੇ ਬੰਧਨ ਖੋਲ ਦਿਓ ਅਤੇ ਉਸ ਨੂੰ ਜਾਣ ਦਿਓ। ਇਹਨਾਂ ਸਾਰੇ ਚਮਤਕਾਰਾਂ ਦੁਆਰਾ ਯਿਸੂ ਨੇ ਆਪਣੇ ਅੰਦਰ ਪਵਿੱਤਰ ਪਾਕ ਖੁਦਾ ਦੇ ਹੋਣ ਦਾ ਇਜ਼ਹਾਰ ਕੀਤਾ, ਉਹਨਾਂ ਲੋਕਾਂ ਵਾਂਗ ਜਿਹੜੇ ਕਿ ਉਸਦੇ ਚਮਤਕਾਰਾਂ ਵਿੱਚ ਵਿਸ਼ਵਾਸ ਕਰਦੇ ਹਨ। ਆਓ ਅਸੀਂ ਸ਼ਕਤੀਮਾਨ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੀਏ। ਇੱਥੇ ਇਹ ਚੈਪਟਰ ਖਤਮ ਹੁੰਦਾ ਹੈ। ਅਸੀਂ ਇਸ ਚੈਪਟਰ ਵਿੱਚ ਖੁਦਾ ਦੀ ਮਹਿਮਾ ਦੇ ਕੰਮ ਦੇਖਿਆ, ਪ੍ਰਭੂ ਦੀ ਚਮਤਕਾਰੀ ਕੰਮ ਦੇਖੇ ਹਨ। ਹੁਣ ਅਸੀਂ ਇਸ ਚੈਪਟਰ ਦੇ ਸਵਾਲ ਜਵਾਬ ਕਰਾਂਗੇ, ਜੋ ਕਿ 29 ਪੇਜ ਤੇ ਹਨ। ਇਸ ਚੈਪਟਰ ਦੇ ਕੁੱਲ 5 ਸਵਾਲ ਜਵਾਬ ਹਨ। ਪਹਿਲਾ ਸਵਾਲ ਹੈ, ਕਾਨਾ ਦੇ ਵਿਆਹ ਦੇ ਵੇਲੇ ਯਿਸੂ ਨੇ ਕਿਹੜਾ ਚਮਤਕਾਰ ਵਿਖਾਇਆ? ਇਸ ਦਾ ਉੱਤਰ 26 ਪੇਜ ਤੇ ਹੈ, ਪਹਿਲੇ ਪੈਰੇ ਵਿੱਚ, ਕਿ ਤੀਸਰੇ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਸੀ ਅਤੇ ਯਿਸੂ ਅਤੇ ਉਸ ਦੀ ਮਾਂ ਉੱਥੇ ਸਨ। ਯਿਸੂ ਵੀ ਆਪਣੇ ਚੇਲਿਆਂ ਸਣੇ ਵਿਆਹ ਵਿੱਚ ਸੱਦਿਆ ਹੋਇਆ ਸੀ। ਜਦੋਂ ਅੰਗੂਰੀ ਮੈਅ ਮੁੱਕ ਗਈ ਤਾਂ ਯਿਸੂ ਦੀ ਮਾਂ ਨੇ ਉਹਨਾਂ ਨੂੰ ਕਿਹਾ, ਉਹਨਾਂ ਦੇ ਕੋਲ ਅੰਗੂਰੀ ਮੈਅ ਮੁੱਕ ਗਈ ਹੈ। ਯਿਸੂ ਨੇ ਉਸ ਨੂੰ ਕਿਹਾ, ਬੀਬੀ ਮੈਨੂੰ ਅਤੇ ਤੁਹਾਨੂੰ ਕੀ, ਅਜੇ ਮੇਰਾ ਵੇਲਾ ਨਹੀਂ ਆਇਆ। ਉਸ ਦੀ ਮਾਂ ਨੇ ਸੇਵਕਾਂ ਨੂੰ ਕਿਹਾ, ਜੋ ਕੁਝ ਉਹ ਤੁਹਾਨੂੰ ਕਹੇ ਤੁਸੀਂ ਉਸੇ ਤਰ੍ਹਾਂ ਕਰਨਾ। ਹੁਣ ਉੱਤੇ ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ 6 ਮੱਟ ਪਏ ਹੋਏ ਸਨ। ਯਿਸੂ ਨੇ ਉਹਨਾਂ ਨੂੰ ਕਿਹਾ, ਇਹਨਾਂ ਮੱਟਾਂ ਨੂੰ ਪਾਣੀ ਨਾਲ ਭਰ ਦਿਓ। ਸੇਵਕਾਂ ਨੇ ਉਹਨਾਂ ਨੂੰ ਮੂੰਹੋਂ ਮੂੰਹ ਭਰ ਦਿੱਤਾ। ਉਸਨੇ ਉਹਨਾਂ ਨੂੰ ਕਿਹਾ, ਹੁਣ ਥੋੜ੍ਹਾ ਜਿਹਾ ਕੱਢ ਕੇ ਪ੍ਰਧਾਨ ਪੁਰੋਹਿਤ ਕੋਲ ਲੈ ਜਾਓ। ਇਸ ਲਈ ਉਹ ਲੈ ਗਏ। ਜਦੋਂ ਭੋਜ ਦੇ ਪ੍ਰਧਾਨ ਨੇ ਅੰਗੂਰੀ ਮੈਅ ਬਣੇ ਪਾਣੀ ਨੂੰ ਚਖਿਆ ਤਾਂ ਉਹ ਜਾਣ ਗਿਆ ਕਿ ਇਹ ਕਿੱਥੋਂ ਲਿਆਂਦਾ ਹੈ। ਤਾਂ ਭੋਜ ਦੇ ਪ੍ਰਧਾਨ ਨੇ ਲਾੜੇ ਨੂੰ ਬੁਲਾਇਆ ਅਤੇ ਕਿਹਾ, ਹਰ ਕੋਈ ਪਹਿਲਾਂ ਵਧੀਆ ਅੰਗੂਰੀ ਮੈਅ ਪਰੋਸਦਾ ਹੈ, ਜਦੋਂ ਲੋਕਾਂ ਨੇ ਰੱਜ ਕੇ ਖਾ ਲਿਆ ਹੋਵੇ ਫਿਰ ਘਟੀਆ, ਪਰ ਤੁਸੀਂ ਹਾਲੇ ਤੱਕ ਇੰਨਾ ਵਧੀਆ ਕਿੱਥੇ ਛੁਪਾਈ ਰੱਖਿਆ ਸੀ? ਇਸ ਚਮਤਕਾਰ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਪਿਆਰੀ ਮਾਂ ਮਰੀਅਮ ਦੀ ਸ਼ਕਤੀਸ਼ਾਲੀ ਸਿਫਾਰਿਸ਼ ਨੂੰ ਦੇਖਦੇ ਹਾਂ। ਮਾਂ ਮਰੀਅਮ ਉਸ ਪਰਿਵਾਰ ਦੀ ਜ਼ਰੂਰਤ ਨੂੰ ਸਮਝਦੇ ਹੋਏ ਆਪਣੇ ਬੇਟੇ ਪ੍ਰਭੂ ਯਿਸੂ ਮਸੀਹ ਦੇ ਅੱਗੇ ਉਸ ਪਰਿਵਾਰ ਦੇ ਲਈ ਸਿਫਾਰਿਸ਼ ਕਰਦੀ ਹੈ। ਇਹ ਸੀ ਪਹਿਲਾ ਉੱਤਰ। ਹੁਣ ਅਸੀਂ ਦੂਸਰਾ ਪ੍ਰਸ਼ਨ ਦੇਖਾਂਗੇ। ਯਿਸੂ ਨੇ ਜਦੋਂ ਸਮੁੰਦਰ ਨੂੰ ਸ਼ਾਂਤ ਕੀਤਾ ਅਤੇ ਉਸਦੇ ਚੇਲਿਆਂ ਨੇ ਕਿਸ ਤਰ੍ਹਾਂ ਦਾ ਅਨੁਭਵ ਕੀਤਾ? ਇਸ ਦਾ ਉੱਤਰ 27 ਪੇਜ ਤੇ ਹੈ, ਸਮੁੰਦਰੀ ਤੂਫਾਨ ਨੂੰ ਸ਼ਾਂਤ ਕਰਨਾ। ਤੇ ਉਸ ਦੀ ਚੌਥੀ ਲਾਈਨ ਤੋਂ ਜਦ ਅਸੀਂ ਪੜ੍ਹਦੇ ਹਾਂ ਕਿ ਤਦ ਹਵਾ ਦਾ ਇੱਕ ਵੱਡਾ ਤੂਫਾਨ ਚੜ੍ਹ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾਉਣ ਲੱਗ ਪਈਆਂ। ਇਸ ਲਈ ਕਿਸ਼ਤੀ ਪਾਣੀ ਨਾਲ ਭਰ ਚੱਲੀ ਸੀ, ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਗੱਦੀ ਤੇ ਸੁੱਤਾ ਪਿਆ ਸੀ। ਯਿਸੂ ਪਿਛਲੇ ਪਾਸੇ ਸੁੱਤਾ ਪਿਆ ਸੀ। ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ, ਗੁਰੂ ਜੀ, ਤੁਹਾਨੂੰ ਕੋਈ ਫਿਕਰ ਨਹੀਂ ਹੈ ਜੋ ਅਸੀਂ ਗਰਕ ਹੋ ਰਹੇ ਹਾਂ? ਉਹ ਜਾਗ ਗਿਆ ਅਤੇ ਉਸਨੇ ਹਵਾ ਨੂੰ ਡਾਂਟਿਆ ਅਤੇ ਸਮੁੰਦਰ ਨੂੰ ਕਿਹਾ, ਸ਼ਾਂਤ ਹੋ ਜਾ, ਤੇ ਹਵਾ ਬੰਦ ਹੋ ਗਈ। ਤੇ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਕਿਉਂ ਡਰਦੇ ਹੋ? ਕਿ ਤੁਸੀਂ ਇਸ ਵਿੱਚ ਅਜੇ ਵੀ ਤੁਹਾਡੇ ਵਿੱਚ ਈਮਾਨ ਨਹੀਂ ਹੈ? ਉਹ ਖੌਫ ਨਾਲ ਭਰ ਗਏ ਅਤੇ ਆਪਸ ਵਿੱਚ ਕਹਿਣ ਲੱਗੇ, ਆਖਿਰ ਇਹ ਕੌਣ ਹੈ ਕਿ ਹਵਾ ਤੇ ਸਮੁੰਦਰ ਵੀ ਇਸ ਦਾ ਹੁਕਮ ਮੰਨਦੇ ਹਨ? ਇਹ ਸੀ ਦੂਸਰਾ ਉੱਤਰ। ਹੁਣ ਅਸੀਂ ਤੀਸਰਾ ਪ੍ਰਸ਼ਨ ਦੇਖਾਂਗੇ। ਬੇਜਾਖਾ ਵਿਖੇ ਇੱਕ ਅਦਰੰਗੀ
ਹੋਏ ਵਿਅਕਤੀ ਦਾ ਇਲਾਜ ਕਰਦੇ ਹੋਏ ਯੀਸ਼ੂ ਨੇ ਕਿਹੜੇ ਸ਼ਬਦ ਵਰਤੇ? ਇਸ ਦਾ ਉੱਤਰ ਅਸੀਂ ਦੇਖਾਂਗੇ 27 ਪੇਜ ਬੇਜਾਖਾ ਵਿਖੇ ਚੰਗਾ ਕਰਨਾ। ਜਦੋਂ ਅਸੀਂ ਉਸ ਦਾ ਪਹਿਲਾ ਪੈਰਾ ਦੇਖਦੇ ਹਾਂ, ਉਸ ਦੀ 6ਵੀਂ ਲਾਈਨ ਤੋਂ, ਉਹ ਹੈ ਜਦੋਂ ਯੀਸ਼ੂ ਨੇ ਉਸ ਨੂੰ ਵੇਖਿਆ ਅਤੇ ਇਹ ਜਾਣਦਿਆਂ ਕਿ ਉਹ ਕਾਫੀ ਸਮੇਂ ਤੋਂ ਉੱਥੇ ਬਿਮਾਰ ਪਿਆ ਹੋਇਆ ਹੈ, ਉਸ ਨੂੰ ਕਿਹਾ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ? ਯੀਸ਼ੂ ਨੇ ਉਸ ਨੂੰ ਇਹ ਸ਼ਬਦ ਆਖੇ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ? ਬਿਮਾਰ ਆਦਮੀ ਨੇ ਉਸ ਨੂੰ ਕਿਹਾ, ਸਾਹਿਬ ਜੀ, ਮੇਰੇ ਨਾਲ ਕੋਈ ਵੀ ਆਦਮੀ ਨਹੀਂ ਹੈ ਜੋ ਪਾਣੀ ਹਿਲਦੇ ਹੀ ਮੈਨੂੰ ਤਲਾਬ ਵਿੱਚ ਉਤਾਰ ਦੇਵੇ ਅਤੇ ਮੇਰੇ ਆਪ ਉਤਰਨ ਤੱਕ ਕੋਈ ਹੋਰ ਪਹਿਲਾਂ ਹੀ ਉਸ ਪਾਣੀ ਵਿੱਚ ਉਤਰ ਜਾਂਦਾ ਹੈ। ਯੀਸ਼ੂ ਨੇ ਉਸ ਨੂੰ ਕਿਹਾ, ਉੱਠ, ਆਪਣਾ ਵਿਛੌਣਾ ਚੁੱਕ ਅਤੇ ਚੱਲ ਫਿਰ। ਉਸੇ ਵਕਤ ਉਹ ਆਦਮੀ ਚੰਗਾ ਹੋ ਗਿਆ ਅਤੇ ਆਪਣਾ ਵਿਛੌਣਾ ਚੁੱਕ ਕੇ ਚੱਲਣ ਲੱਗਾ। ਇਹ ਸੀ ਤੀਸਰਾ ਉੱਤਰ। ਹੁਣ ਅਸੀਂ ਚੌਥਾ ਪ੍ਰਸ਼ਨ ਦੇਖਾਂਗੇ। ਯੀਸ਼ੂ ਬੈਤਨੀਆ ਜਾਣ ਵਿੱਚ ਕਿਉਂ ਦੇਰ ਕਰ ਰਹੇ ਸਨ, ਇਹ ਜਾਣਦੇ ਹੋਏ ਕਿ ਲਾਜ਼ਰ ਬੁਰੀ ਤਰ੍ਹਾਂ ਬਿਮਾਰ ਹੈ? ਇਸ ਦਾ ਉੱਤਰ ਅਸੀਂ ਦੇਖਾਂਗੇ 28 ਪੇਜ, ਲਾਜ਼ਰ ਨੂੰ ਜਿਉਂਦਾ ਕਰਨਾ। ਉਸ ਦਾ ਪਹਿਲਾ ਪੈਰਾ, ਉਸ ਦੀ ਚੌਥੀ ਲਾਈਨ ਤੋਂ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਬਿਮਾਰੀ ਮੌਤ ਦੇ ਲਈ ਨਹੀਂ ਹੈ। ਯਿਸੂ ਨੇ ਕਿਹਾ ਕਿ ਜੋ ਲਾਜ਼ਰ ਦੀ ਬਿਮਾਰੀ ਮੌਤ ਦੇ ਲਈ ਨਹੀਂ ਹੈ, ਇਹ ਖੁਦਾ ਦੀ ਮਹਿਮਾ ਦੇ ਲਈ ਹੈ ਅਤੇ ਜੋ ਇਸ ਦੇ ਰਾਹੀਂ ਖੁਦਾ ਦੇ ਪੁੱਤਰ ਦੀ ਮਹਿਮਾ ਪ੍ਰਗਟ ਕੀਤੀ ਜਾਵੇ। ਯਿਸੂ ਮਾਰਥਾ, ਉਸ ਦੀ ਭੈਣ ਅਤੇ ਲਾਜ਼ਰ ਨੂੰ ਬਹੁਤ ਪਿਆਰ ਕਰਦਾ ਸੀ। ਫਿਰ ਵੀ ਉਸਨੇ ਜਦੋਂ ਸੁਣਿਆ ਕਿ ਲਾਜ਼ਰ ਬਿਮਾਰ ਹੈ, ਯਿਸੂ ਉਸੇ ਥਾਂ ਹੋਰ 2 ਦਿਨ ਠਹਿਰਿਆ ਜਿੱਥੇ ਉਹ ਸੀ। ਦੇਖੋ, ਪ੍ਰਭੂ ਨੇ ਇਸ ਲਈ ਨਹੀਂ ਉੱਥੇ ਬੈਤਨੀਆ ਗਏ ਕਿਉਂਕਿ ਪ੍ਰਭੂ ਚਾਹੁੰਦੇ ਸੀ ਕਿ ਉਸ ਦੀ ਮੌਤ ਰਾਹੀਂ ਖੁਦਾ ਦੀ ਮਹਿਮਾ ਪ੍ਰਗਟ ਹੋਵੇ। ਇਹ ਸੀ ਚੌਥਾ ਉੱਤਰ। ਹੁਣ ਹੈ ਪੰਜਵਾਂ ਪ੍ਰਸ਼ਨ, ਜੋ ਲਾਸਟ ਪ੍ਰਸ਼ਨ ਹੈ। ਪ੍ਰਭੂ ਯਿਸੂ ਮਸੀਹ ਨੇ ਪੁਨਰ-ਉਥਾਨ ਬਾਰੇ ਮਾਰਥਾ ਨੂੰ ਕੀ ਸਿੱਖਿਆ ਦਿੱਤੀ? ਇਹ ਅਸੀਂ ਦੇਖਾਂਗੇ ਲਾਜ਼ਰ ਨੂੰ ਜਿਉਂਦਾ ਕਰਨਾ ਜੋ ਪੈਰਾ ਹੈ ਉਸ ਦੇ ਵਿੱਚ, ਉਸ ਦੇ ਚੌਥੇ ਪਰ ਪੈਰੇ ਵਿੱਚ। ਅਗਰ ਅਸੀਂ ਗਿਣਦੇ ਹਾਂ 28 ਪੇਜ ਤੇ ਉਸ ਦਾ ਫੋਰਥ ਪਰ ਪੈਰਾ, ਜਿਸ ਵਿੱਚ ਪ੍ਰਭੂ ਆਖਦਾ ਹੈ ਪੁਨਰ-ਉਥਾਨ ਬਾਰੇ। ਯੀਸ਼ੂ ਨੇ ਉਸ ਨੂੰ ਕਿਹਾ, ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜੋ ਮੇਰੇ ਉੱਤੇ ਈਮਾਨ ਰੱਖਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ ਫਿਰ ਵੀ ਜੀਵੇਗਾ, ਅਤੇ ਜੋ ਕੋਈ ਜੀ ਉੱਠਦਾ ਹੈ ਅਤੇ ਮੇਰੇ ਉੱਤੇ ਈਮਾਨ ਰੱਖਦਾ ਹੈ, ਉਹ ਕਦੇ ਨਹੀਂ ਮਰੇਗਾ। ਕੀ ਤੂੰ ਇਸ ਗੱਲ ਨੂੰ ਮੰਨਦੀ ਹੈ? ਮਾਰਥਾ ਨੇ ਉਸ ਨੂੰ ਕਿਹਾ, ਹਾਂ ਪ੍ਰਭੂ, ਮੈਂ ਮੰਨਦੀ ਹਾਂ ਕਿ ਤੁਸੀਂ ਮਸੀਹ ਹੋ, ਖੁਦਾ ਦਾ ਬੇਟਾ, ਜੋ ਸੰਸਾਰ ਵਿੱਚ ਆਉਣ ਵਾਲਾ ਹੈ। ਇੱਥੇ ਸਾਰੇ ਪ੍ਰਸ਼ਨ ਖਤਮ ਹੁੰਦੇ ਹਨ। ਧੰਨਵਾਦ।